जी, अस्सलाम वालेकुम। मैं नज़र अब्बास लंदन तो। सर अल्लामा इकबाल दा इक शेर सी, जवानों को पीरों का उस्ताद कर, दुआ कीती अल्लाह पाक कोल उन्होंने अल्लामा इकबाल ने, या अल्लाह पाक मेरे मुल्क दे जवानां नूं पीरां दा उस्ताद कर दे, यानी उन्होंने बुजुर्गां तो ज़्यादा हिकमत दे दे, उन्होंने समझ दे दे, उन्होंने सोच दे दे। ਉਹ ਲੱਗਦਾ ਰੱਬ ਨੇ ਕੋਈ ਸੁਣ ਲਈ ਅल्लामा इकबाल ਦੀ। ਹੁਣ ਹੋਇਆ ਇਹ ਹੈ ਕਿ ਸੋਸ਼ਲ ਮੀਡੀਆ ਜਿਹੜਾ ਸਾਡਾ, ਜਿਹਨੂੰ ਅਸੀਂ ਸੋਸ਼ਲ ਮੀਡੀਆ ਕਹਿੰਦੇ ਹਾਂ, ਜਿਹਦੇ 'ਚ ਅਸੀਂ WhatsApp ਆ ਜਾਂਦਾ ਹੈ, ਜਿਹਦੇ ਵਿੱਚ ਟਵਿੱਟਰ ਆ ਜਾਂਦਾ, ਟਿਕਟੋਕ ਆ ਜਾਂਦਾ, ਫੇਸਬੁੱਕ ਆ ਜਾਂਦੀਆਂ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਉਹਦੇ 'ਚ, ਇੰਸਟਾਗ੍ਰਾਮ ਆ ਜਾਂਦਾ। ਉਹਦੇ 'ਤੇ ਸਾਰੇ ਜਵਾਨ ਬੈਠੇ ਨੇ, ਔਰ ਉਹ ਜਵਾਨ ਇੰਨੇ ਤਗੜੇ ਨੇ, ਇੰਨੇ ਡਾਢੇ ਨੇ ਕਿ ਪਾਕਿਸਤਾਨ ਦੀ ਸਟੈਬਲਿਸ਼ਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਨੂੰ ਸਟੈਬਲਿਸ਼ਮੈਂਟ ਤਗੜੇ ਲੋਕ ਅਸੀਂ ਕਹਿੰਦੇ, ਜਿਹੜੇ ਬੜੇ ਡਾਢੇ ਨੇ, ਜਿਹੜੇ ਪੁੱਤ ਨੂੰ ਵੀ ਫਾਂਸੀ ਦਵਾ ਦਿੰਦੇ ਨੇ, ਜਿਹੜੇ ਬੰਗਲਾਦੇਸ਼ ਵੱਖਰਾ ਕਰਾ ਦਿੰਦੇ ਨੇ, ਜਿਹੜੇ ਜੋ ਦਿਲ ਕਰਦਾ ਕਰ ਜਾਂਦੇ ਨੇ, ਅਸੀਂ ਫਿਰ ਉਹਨੂੰ ਸਲੂਟ ਮਾਰੀਦਾ, ਅਸਲਾਮ ਵਾਲੇਕੁਮ ਕਰਕੇ ਨਾ, ਜਨਾਬ ਇੰਝ ਕਰਕੇ ਸਲੂਟ ਮਾਰੀਦਾ, ਤੇ ਉਹ ਲੋਕਾਂ ਨੂੰ ਅੱਗੇ ਲਾ ਲਿਆ ਸਾਰੇ ਜਵਾਨਾਂ ਨੇ। ਉਹ ਜੋ ਕਹਿੰਦੇ ਨੇ ਉਹ ਕਰਾਉਂਦੇ ਨੇ, ਜੋ ਜੋ ਸਮਝਦੇ ਨੇ ਉਹ ਕਰਾਉਂਦੇ ਨੇ। ਔਰ ਉਹਨਾਂ ਦੀ ਸੋਚ ਸਮਝ ਦੇਖੋ, ਉਹਨਾਂ ਬੱਚਿਆਂ ਦੀ, ਇਹਨਾਂ ਲੋਕਾਂ ਦੀ, ਜਿਹੜੇ ਜਵਾਨ ਨੇ ਸਾਡੇ, ਜਿਨ੍ਹਾਂ ਨੂੰ ਸਾਨੂੰ ਰੱਬ ਨੇ ਸਾਡਾ ਉਸਤਾਦ ਬਣਾ ਦਿੱਤਾ ਹੈ, ਉਹ ਲੀਡ ਕਰ ਰਿਹਾ। ਲੀਡ ਤੋਂ ਮੁਰਾਦ ਇਹ ਹੈ ਕਿ ਮੇਰੇ ਮੂੰਹ ਚੋਂ ਕੋਈ ਇੱਕ ਦੋ ਲਫ਼ਜ਼ ਖੱਬੇ ਪਾਸੇ ਜਾਂ ਅੰਗਰੇਜ਼ੀ ਦਾ ਨਿਕਲ ਜਾਏ ਤਾਂ ਮੈਨੂੰ ਮਾਫ ਕਰ ਦਿਓ। ਬੜਾ ਅਰਸਾ ਰਹਿ ਲਿਆ ਬਾਹਰ, ਤੇ ਉਹ ਹੁਣ ਜ਼ੁਬਾਨ 'ਚ ਜਿਹੜੀਆਂ ਨਾ ਛਾਵਾਂ ਚੜ੍ਹ ਗਈਆਂ ਨੇ। 30 35 40 ਸਾਲ ਬਾਹਰ ਰਹਿ ਕੇ ਤੇ ਹੋ ਜਾਂਦੀਆਂ ਇਹੋ ਜਿਹੀਆਂ ਗਲਤੀਆਂ ਮੇਰੇ ਕੋਲ ਹੋਣਗੀਆਂ। ਪਰ ਐਨੀਵੇ, ਅੱਛਾ ਜੀ, ਉਹ ਗੱਲ ਇਸ ਤਰ੍ਹਾਂ ਸਰ ਜੀ ਕਿ ਉਸਤਾਦ ਬਣਾਤਾ अल्लामा इकबाल, दुआ कबूल होगी इमरान खान ਦੇ ਰਸਤੇ। ਇਮਰਾਨ ਖਾਨ ਨੇ ਐਸੀ ਉਹਨਾਂ ਨੂੰ ਤਾਲੀਮ ਦਿੱਤੀ ਕਿ ਸੋਸ਼ਲ ਮੀਡੀਆ, ਉਹਨੂੰ ਕਹਿੰਦਾ ਸੋਸ਼ਲ ਮੀਡੀਆ ਵਾਰੀਅਰ, ਮਤਲਬ ਕਿ ਜੰਗਜੂ, ਸੋਸ਼ਲ ਮੀਡੀਆ ਦੇ ਜੰਗਜੂ। ਇਹ ਪਹਿਲੀ ਜੰਗ ਹੈ ਦੁਨੀਆ ਦੀ ਹਿਸਟਰੀ ਦੀ, ਮੇਰਾ ਖਿਆਲ ਸ਼ਾਇਦ ਇਹ ਵਾਹਿਦ ਜੰਗ ਹੋਏਗੀ ਜਾਂ ਪਹਿਲੀ ਜੰਗ ਹੋਏਗੀ ਜਿਹੜੀ ਸਿਰਫ ਬੋਲ ਕੇ ਲੜੀ ਜਾ ਰਹੀ ਹੈ, ਸਿਰਫ ਲਿਖ ਕੇ ਲੜੀ ਜਾ ਰਹੀ ਹੈ। ਔਰ ਉਹਦੇ 'ਚ ਫਤਹ ਕਿਹਦੀ ਹੈ? ਇਹਨਾਂ ਜਵਾਨਾਂ ਦੀ ਹੈ। ਤੇ ਹੋਇਆ ਇਸ ਤਰ੍ਹਾਂ ਸਰ ਕਿ ਰਾਤੀ ਇਹਨਾਂ ਨੇ ਪ੍ਰੋਗਰਾਮ ਬਣਾ ਜੀ ਕਿ ਇਮਰਾਨ ਖਾਨ ਨੂੰ ਮੁਲਾਕਾਤ, ਤੁਹਾਨੂੰ ਪਤਾ ਸਾਰਿਆਂ ਬੰਦ ਕੀਤੀ। ਇਮਰਾਨ ਖਾਨ ਨਾਲ ਕੋਈ ਬੰਦਾ ਗੱਲ ਨਹੀਂ ਕਰ ਸਕਦਾ, ਮੁਲਾਕਾਤ ਨਹੀਂ ਕਰ ਸਕਦਾ, ਕੋਈ ਵਕੀਲ ਨਹੀਂ ਜਾ ਕੇ ਮਿਲ ਸਕਦਾ। ਇੱਥੋਂ ਤੱਕ ਹੋਇਆ ਕਿ ਜਦੋਂ ਹਾਈ ਕੋਰਟ ਨੇ ਆਪਣਾ ਬੰਦਾ ਭੇਜਿਆ ਕਿ ਜਾ ਕੇ ਇਮਰਾਨ ਖਾਨ ਕੋਲ 3 4 ਸਵਾਲਾਂ ਦੇ ਜਵਾਬ ਲੈ ਕੇ ਆਓ, ਤਾਂ ਕਿ ਇਮਰਾਨ ਖਾਨ ਦੀ ਮੁਲਾਕਾਤਾਂ ਖੋਲੀਆਂ ਜਾਣਗੀਆਂ। ਜੋ ਵੀ ਸਿਲਸਿਲਾ ਸਲਾਸਲ ਸੀ, ਮਤਲਬ ਨੁਮਾਇੰਦਾ ਗਿਆ, ਇਹਨਾਂ ਦਾ ਕੋਰਟ ਦਾ ਬੰਦਾ ਗਿਆ, ਜੱਜ ਗਿਆ ਉੱਥੇ, ਉਹਨੂੰ ਵੀ ਨਹੀਂ ਮਿਲਣ ਦਿੱਤਾ। 3 ਘੰਟੇ ਬਿਠਾ ਕੇ ਤੇ ਜ਼ਨਾਨੀ ਸੀ ਵਿਚਾਰੀ ਕੋਈ ਜੱਜ, ਤੇ ਉਹਨੂੰ ਉਹਨਾਂ ਨੇ ਜਨਾਬ ਵਾਪਸ ਭੇਜਤਾ। ਇੱਥੋਂ ਤੱਕ ਤੇ ਗੱਲ ਪਹੁੰਚ ਗਈ। ਤਾਂ ਐਸੀ ਸੂਰਤ 'ਚ ਹੋਇਆ ਹੈ ਕਿ ਜਿਹੜੀ PTI ਦੀ ਲੀਡਰਸ਼ਿਪ ਸੀ ਉਹ ਢਿੱਲੀ ਮਿੱਠੀ ਪੈਣੀ ਸ਼ੁਰੂ ਹੋ ਗਈ। ਉਹ ਡਰ ਜੁੜ ਜਾਂਦੇ ਨੇ, ਜਾਂ ਪਤਾ ਨਹੀਂ ਕੀ ਮਸਲੇ ਉਹਨਾਂ ਦੇ, ਰੱਬ ਜਾਣਦਾ ਹੁੰਦਾ ਕੀ ਮਸਲੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਮਸਲੇ ਨੇ, ਕਿਉਂਕਿ ਮੈਨੂੰ ਜੋ ਸਮਝ ਆਉਂਦੀ, ਮੈਨੂੰ ਇਹ ਸਮਝ ਆਉਂਦੀ ਹੈ ਕਿ ਤੁਸੀਂ ਇੰਨੀ ਜੰਗ ਲੜ ਲਈ ਹੈ, ਤੁਹਾਡੇ ਪਿੱਛੇ ਇੰਨੇ ਬੰਦੇ ਖੜੇ ਹੈ, ਯਾਨੀ ਜਿਸ ਪਾਰਟੀ ਦੇ ਪਿੱਛੇ ਪਾਕਿਸਤਾਨ ਸਾਰਾ ਖਲੋਤਾ ਹੋਵੇ, ਉਹ ਢਿੱਲਾ ਮੱਠਾ ਪੈ ਜਾਏ, ਕੁਛ ਸਮਝ ਨਹੀਂ ਆਉਂਦੀ ਗੱਲ। ਮੇਰੀ ਸਮਝੋ ਬਾਹਰ ਕਿਉਂ ਢਿੱਲੇ ਮੱਠੇ ਪੈ ਜਾਂਦੇ ਆ? ਉਹ ਬੰਦੂਕਾਂ ਵੇਖ ਕੇ ਡਰ ਜਾਂਦੇ ਆ, ਜਾਂ ਉਹਨਾਂ ਦੀ ਵਰਦੀਆਂ ਵੇਖ ਕੇ ਡਰ ਜਾਂਦੇ ਆ, ਜਾਂ ਕਿਹੜੀ ਐਸੀ ਚੀਜ਼ ਹੈ ਸਾਨੂੰ ਜਿਹਦੀ ਕੋਈ ਸਮਝ ਨਹੀਂ ਆ ਰਹੀ। ਬਹਰਹਾਲ ਜੀ, ਉਹ ਉਹਨਾਂ ਨੇ ਫੈਸਲਾ ਕੀਤਾ ਜੀ ਇਮਰਾਨ ਖਾਨ ਨੂੰ ਮਿਲਣ ਤੋਂ ਬਗੈਰ ਜਨਾਬ ਅਸੀਂ ਚੱਲ ਜਾਣਾ ਉੱਥੇ ਜਿਹੜੀ ਮੀਟਿੰਗ ਉਹਦੇ ਜਾਣਾ। ਪਹਿਲੇ ਉਹਨਾਂ ਨੇ ਕਿਹਾ ਜੀ ਕਿ ਆਲ ਪਾਰਟੀ ਕਾਨਫਰੰਸ ਹੋਏਗੀ, ਫਿਰ ਉਹਨਾਂ ਨੇ ਕਿਹਾ ਜੀ ਇਹ ਹੋਏਗਾ ਕਿ ਜੀ ਉਹਨੂੰ ਅੰਦਰੋਂ ਕੋ ਬੰਦੇ ਬੁੰਦੇ ਮਿਲਾ ਲਓ। ਲੇਕਿਨ ਸੋਸ਼ਲ ਮੀਡੀਆ ਦੇ ਜੇ ਜਵਾਨ ਸੀ ਨਾ, ਜਵਾਨ ਖਲੋ ਗਏ। ਜਵਾਨ ਐਸੇ ਖਲੋਏ ਕਿ ਉਹਨਾਂ ਨੇ ਫੈਸਲਾ ਇਹਨਾਂ ਦਾ ਚੇਂਜ ਕਰਾ ਦਿੱਤਾ। ਹੁਣ ਉਹ ਨਹੀਂ ਜਾ ਰਹੇ, ਸਿਰਫ ਅਲੀ ਮੀਨ ਗੰਡਾਪੁਰ ਸਾਹਿਬ ਇਕੱਲੇ ਜਾ ਰਹੇ। ਗੱਲਬਾਤ ਕਿਵੇਂ ਦੀ ਸਿਚੁਏਸ਼ਨ ਬਣ ਗਈ, ਯਾਨੀ ਬੰਦੇ ਪੈ ਗਏ, ਜਵਾਨ ਤੇ ਅਸੀਂ ਖਲੋ ਗਿਆ। ਅੱਛਾ, ਉਹ ਜਵਾਨ ਤੇ ਖਲੋ ਗਿਆ। ਅੱਛਾ, ਮੈਂ ਇੱਕ ਟਵੀਟ ਦੇਖ ਰਿਹਾ ਇਮਰਾਨ ਰਿਆਜ਼ ਖਾਨ ਦਾ, ਇਸੇ ਸਿਲਸਿਲੇ ਦੇ ਵਿੱਚ ਜਿਹੜੀ ਕਾਨਫਰੰਸ ਹੋ ਰਹੀ ਹੈ, ਇਸੇ ਸਿਲਸਿਲੇ ਜੋ ਬਿਆਨੀਆਂ, ਜੋ ਚੀਜ਼ਾਂ ਬਣ ਰਹੇ ਆ, ਤੇ ਉਹਦੇ 'ਚ ਫੈਸਲੇ ਕੀ, ਉਹਦੇ 'ਚ ਲਿਖਿਆ ਜੀ मुल्की सालमियत नाजक दौर, दुश्मन दे अलाकार, गद्दार वतन, रियासत मुखालफ हमारा आज़म, शीशा पलाई दीवार, नजरियाती सरहदें, आंखें निकाल देंगे, मुंह तोड़ जवाब, बाहर बैठे एजेंट, गमराह नौजवान, इस्लाम दा परचम, कौमी मुफाद, सियासी मुफादा, इंतशार फैलाने की कोशिश, कौमी निशाना, दांत खट्टे, कुर्बानियों की दास्तान, साजिशी नासर, अंदरूनी एहसास, सियासत से कोई ताल्लुक नहीं, दुख तकलीफ की घड़ी, हर इंच की मुखालफत, हर इंच की हिफाजत, मुफाद से बात, मुकम्मल खात्मा, दिन गिने जा चुके, मुहासबा करेंगे रियासत की रिट। लो जी, 70 साल तो ਇੱਕੋ ਸਕ੍ਰਿਪਟ ਚੱਲਣ ਡਿਆ, ਇੱਕੋ ਹੀ ਗੱਲ ਹੋਣ ਡਈ ਬਕੌਲ ਇਮਰਾਨ ਰਿਆਜ਼ ਦੇ ਸਪੀਚ ਤੇ ਹੋਰ ਇਹਨਾਂ ਨੇ ਕੀ ਕਰਨੀ ਹੈ ਮੀਟਿੰਗ ਦੇ ਵਿੱਚ? ਇਹਨਾਂ ਨੇ ਕਿਹੜੀ ਐਸੀ ਸਾਇੰਸ ਨਵੀਂ ਕੱਢ ਲੈਣੀ ਹੈ ਕਿ ਜਿਹਦੇ ਨਾਲ ਮੁਲਕ ਠੀਕ ਹੋ ਜਾਣਾ? ਦੇਖੋ, ਜਿਹੜੀ ਸਾਇੰਸ ਕੱਢਣੀ ਚਾਹੀਦੀ ਹੈ ਨਾ, ਜਿਹੜੀ ਸਾਇੰਸ ਇਹਨਾਂ ਨੇ ਕੱਢਣੀ ਹੈ, ਉਹ ਤੇ ਕੱਢ ਨਹੀਂ ਰਹੇ। ਜਿਹੜਾ ਕੰਮ ਇਹਨਾਂ ਕਰਨਾ ਉਹ ਤੇ ਕਰ ਨਹੀਂ ਰਹੇ।
ਜਿਸ ਸ਼ੈ ਦੇ ਨਾਲ ਮੁਲਕ ਨੇ ਤਬਦੀਲ ਹੋਣਾ ਜਾਂ ਮੁਲਕ ਦੇ ਵਿੱਚ ਕੋਈ ਚੀਜ਼ ਬਿਹਤਰ ਹੋਣੀ ਹੈ, ਉਹ ਤੇ ਕਰ ਨਹੀਂ ਰਹੇ। ਉਹ ਬੜੀ ਸਿੰਪਲ ਜੀ ਕਹਾਣੀ ਹੈ ਸਰ। ਉਹ ਸਿੰਪਲ ਕਹਾਣੀ ਇਹ ਹੈ ਕਿ ਰੂਲ ਆਫ ਲਾ, ਕਾਨੂੰਨ ਦੀ ਅਮਲਦਾਰੀ, ਕਾਨੂੰਨ ਤੇ ਅਮਲ ਕੀਤਾ ਜਾਏ, ਕਾਨੂੰਨ ਦੇ ਆਇਨ ਤੇ ਅਮਲ ਕੀਤਾ। ਦੇਖੋ ਇਹਨਾਂ ਨੇ ਆਇਨ ਭੰਨ ਦਿੱਤਾ। ਹੁਣ ਤੁਸੀਂ ਦੇਖੋ ਸੜਕਾਂ ਦੇ ਲੋਕੀ ਧੂਈ ਫਿਰਦੇ ਇੱਕ ਦੂਜੇ ਨੂੰ, ਪੁਲਿਸਾਂ ਵਾਲੇ ਜਨਾਨੀਆਂ ਨੂੰ ਮਾਰਨ ਡਏ ਨੇ, ਕੁੱਟਣ ਡਏ ਨੇ, ਜਾਂ ਦਿਲ ਕਰਦਾ ਫਾਇਰਿੰਗ ਕਰ ਦਿੰਦਾ, ਜਿਹਦਾ ਜੋ ਦਿਲ ਕਰਦਾ ਕਰੀ ਜਾਂਦਾ। ਇਹ ਕਿਉਂ ਹੁੰਦਾ ਵੇ? ਇਸ ਵਾਸਤੇ ਹੁੰਦਾ ਵੇ ਉਹ ਦੇਖਦੇ ਵੀ ਵੱਡੇ ਨੂੰ ਤਾਂ ਕੋਈ ਪਤਾ ਫੜਦਾ ਹੀ ਨਹੀਂ, ਤੇ ਮੇਰਾ ਵੀ ਦੋ ਦਿਲ ਕਰੇਗਾ ਮੈਂ ਕਰਾਂਗਾ। ਤੇ ਉਹ ਜਿਹੜਾ ਸਿਲਸਿਲਾ, ਇਹ ਜਿਹੜਾ ਸਿਲਸਿਲਾ ਨਵਾਂ ਸ਼ੁਰੂ ਹੋਇਆ ਦਾ ਨਾ, ਇਹ ਸਾਰਾ ਕੁਝ ਕਹਾਣੀ ਇਸ ਤਰ੍ਹਾਂ ਹੀ ਰਹਿਣੀ ਹੈ। ਇਹ ਅੱਗੇ ਨਹੀਂ ਅੱਗੇ ਵਧ ਨਹੀਂ ਸਕਦੇ ਜਦੋਂ ਤੱਕ ਕਰਕੇ ਹੁਣ ਜਿਹੜੀ ਮੌਜੂਦਾ ਸੂਰਤ ਹਾਲ ਆ ਉਹਦੇ 'ਚ ਤੁਹਾਨੂੰ ਮਾਰਨ ਬਲੋਚ ਵਰਗੇ ਜਿਹੜੀਆਂ ਬੱਚੀਆਂ ਬੱਚੇ ਆ ਸੜਕਾਂ ਤੇ ਜ਼ਨਾਨੀਆਂ ਵਿਚਾਰੀਆਂ ਫਿਰਨ ਡਈਆਂ, ਜਿਹਨਾਂ ਦੇ ਬੱਚੇ ਤੁਸੀਂ ਚੁੱਕ ਲਏ ਆ, ਉਹਨਾਂ ਨੂੰ ਅਦਾਲਤਾਂ 'ਚ ਪੇਸ਼ ਕਰੋ, ਉਹਨਾਂ ਨੂੰ ਦੱਸੋ ਤੇ ਸਹੀ। ਮਤਲਬ ਇਹ ਕਿ ਕਾਨੂੰਨ ਦੀ ਅਮਲਦਾਰੀ ਦੇ ਉਹਨਾਂ ਨੂੰ ਆਪਣੇ ਨਾਲ ਬਿਠਾਓ। ਗੱਲ ਕਿਤੇ ਹੋਰ ਨਿਕਲਦੀ ਪਈ ਸੀ, ਉਹ ਮਾਰਨ ਬਲੋਚ ਵਰਗੇ ਬੰਦੇ ਤੁਸੀਂ ਆਪਣੇ ਨਾਲ ਬਿਠਾਓ, ਬਲੋਚੀਆਂ ਨਾਲ ਬਿਠਾਓ। ਅੱਛਾ ਹੁਣ KPK ਦੇ ਵਿੱਚ ਹੁਣ ਤੁਸੀਂ ਦੇਖ ਲਓ ਕਿ ਉੱਥੇ ਸਾਰੇ ਰੌਲੇ ਨੇ, ਉਹਨਾਂ ਨੂੰ ਤੁਸੀਂ ਉਹਨਾਂ ਦੇ ਹਲਕੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਰੌਲੇ ਨੇ, ਉਹਨਾਂ ਇਲਾਕਿਆਂ ਦੇ MLA MP ਨੂੰ ਨਾਲ ਉਠਾਓ। ਦੇਖੋ ਜਦੋਂ ਤੱਕ ਤੁਸੀਂ ਆਵਾਮ ਨੂੰ ਨਾਲ ਲੈ ਕੇ ਨਹੀਂ ਚੱਲਦੇ, ਆਵਾਮੀ ਨੁਮਾਇੰਦਿਆਂ ਨਾਲ ਲੈ ਕੇ ਨਹੀਂ ਚੱਲਦੇ ਨਾ, ਤੁਸੀਂ ਕੁਝ ਕਰ ਨਹੀਂ ਸਕਦੇ। ਹੁਣ ਤੁਸੀਂ ਫਾਰਮ 47 ਦੇ 47 ਦੀ ਹੁਕੂਮਤ ਬਣਾ ਲਈ ਆ, ਫਾਰਮ 47 ਦੇ ਵਿੱਚ ਜਾਲੀ ਹੁਕੂਮਤ ਤੁਸੀਂ ਬਣਾ ਲਈ। ਇੱਕ ਦੇ ਅੱਗੇ ਇੱਕ ਜਿੱਥੇ 10 ਵੋਟ ਪਿਆ ਸੀ ਉੱਥੇ 4 ਸਿਫਰੇ ਪਾ ਕੇ ਤੁਸੀਂ ਲੱਖ ਵੋਟ ਕਰ ਲਿਆ ਉਹਦਾ। ਇਸ ਤਰ੍ਹਾਂ ਤੁਸੀਂ ਹੁਕੂਮਤ ਬਣਾ ਲਈ। ਇਸ ਹੁਕੂਮਤ ਦਾ ਫਾਇਦਾ ਕੀ ਹੋਇਆ? ਇਸ ਹੁਕੂਮਤ ਦਾ ਨੁਕਸਾਨ ਕੀ ਹੋਇਆ? ਨੁਕਸਾਨ ਇਹ ਹੋਇਆ ਕਿ ਤੁਸੀਂ ਆਵਾਮ ਨਾਲ ਕਨੈਕਸ਼ਨ ਨਹੀਂ ਤੁਹਾਡਾ ਰਿਹਾ, ਤੁਹਾਡਾ ਰਾਬਤਾ ਕੋਈ ਨਹੀਂ ਲੋਕਾਂ ਦੇ ਨਾਲ। ਜਦੋਂ ਗਰਾਊਂਡ ਤੇ ਲੋਕਾਂ ਨਾਲ ਤੁਹਾਡਾ ਰਾਬਤਾ ਕੋਈ ਨਹੀਂ, ਤੁਸੀਂ ਬਿਹਤਰ ਕੀ ਕਰਨੀ ਮੈਨੂੰ ਦੱਸੋ। ਹੁਣ ਤੁਸੀਂ ਮੈਨੂੰ ਦੱਸੋ ਬਲੋਚਿਸਤਾਨ ਦੇ ਉੱਥੇ ਜੇ ਲੋਕੀ ਬੰਦੂਕਾਂ ਕੱਢ ਲੈਣ, ਲੋਕਾਂ ਨੇ ਕਿੱਥੇ ਜਾ ਕੇ ਲੁਕਣਾ? ਲੋਕਾਂ ਨੇ ਘਰਾਂ 'ਚ ਰੋਕਣਾ, ਤੇ ਘਰਾਂ 'ਚ ਤੁਹਾਡੇ ਵੋਟ ਹੀ ਨਹੀਂ, ਘਰਾਂ 'ਚ ਤੁਹਾਡੇ ਕੋਲ ਹਥਿਆਰ ਹੀ ਕੋਈ ਨਹੀਂ, ਤੁਹਾਨੂੰ ਪਤਾ ਹੀ ਕੋਈ ਨਹੀਂ ਕਿ ਥੱਲੇ ਕੀ ਹੋਣ ਡਿਆ। ਕਿੰਨੀ ਪਤਾ ਲੱਗਾ ਜੀ ਕਿ ਬਲੋਚਿਸਤਾਨ ਯੂਨੀਵਰਸਿਟੀ ਦੇ ਵਿੱਚ ਹਰ ਦੂਜਾ ਬੰਦਾ ISI ਦਾ। ਤੁਸੀਂ ਕੀ ਰੋਕ ਲਿਆ ਜੀ? ਉੱਥੇ ਕੀ ਕਰ ਲਿਆ ਤੁਸੀਂ? ਉਹ ਤਗੜੇ ਹੁੰਦੇ ਜਾਣ ਡਏ, ਉਹ ਇੰਨੇ ਤਗੜੇ ਹੋ ਗਏ ਕਿ ਛੋਟੇ ਛੋਟੇ ਧਮਾਕੇ ਕਰਦੇ ਗਏ, ਪੂਰੀ ਟ੍ਰੇਨ ਚੁੱਕ ਕੇ ਲੈ ਗਏ। ਉਹ ਫਿਲਮਾਂ 'ਚ ਵੇਖੀ ਤਾਂ ਸੀ, ਪੂਰੀ ਦੀ ਪੂਰੀ ਰੇਲ ਗੱਡੀ, ਸਾਰੀ ਦੀ ਸਾਰੀ ਰੇਲ ਗੱਡੀ ਚੁੱਕ ਕੇ ਅਗਵਾ ਕਰ ਲਈ ਉਹਨਾਂ ਨੇ। ਤੇ ਤੁਸੀਂ ਇੰਨੇ ਤਗੜੇ ਹੋ ਗਏ। ਕਿਵੇਂ ਇੰਨੇ ਤਗੜੇ ਹੋ ਗਏ? ਇਸ ਲਈ ਇੰਨੇ ਤਗੜੇ ਹੋ ਗਏ ਕਿ ਤੁਹਾਡਾ ਧਿਆਨ ਤੁਹਾਡੇ ਕੰਮ ਤੇ ਨਹੀਂ, ਤੁਸੀਂ ਆਪਣਾ ਕੰਮ ਨਹੀਂ ਕਰ ਰਹੇ। ਤੁਹਾਡਾ ਕੰਮ ਸੀ, ਏਜੰਸੀਆਂ ਦਾ ਕੰਮ ਸੀ ਸਿਕਿਉਰਿਟੀ ਤੇ ਮੁਖਬਰੀ ਕਰਨੀ ਲੋਕਾਂ ਦੀ। ਏਜੰਸੀਆਂ ਦਾ ਕੰਮ ਸੀ ਇਨਫੋਰਮੇਸ਼ਨ ਲੈ ਕੇ ਆਣੀ, ਲੋਕਾਂ ਨੂੰ ਦੱਸਣਾ, ਆਰਮੀ ਆਪਣੀ ਫੌਜ ਨੂੰ ਦੱਸਣਾ ਕਿ ਵੀ ਇਹ ਚੀਜ਼ਾਂ ਹੋ ਗਈਆਂ, ਫਿਰ ਹੁਕੂਮਤ ਦੱਸਣਾ ਕਿ ਇਹ ਬੰਦੇ ਗਲਤ ਕੰਮ ਕਰ ਰਹੇ। ਫਿਰ ਉਹਨਾਂ ਦਾ ਕੰਮ ਅੱਗੋਂ ਇਹ ਆ ਕਿ ਹੁਣ ਤੁਸੀਂ ਦੇਖ ਲਓ BLA ਨੂੰ ਦੇਖ ਲਓ, BLA ਦਾ ਮੈਂ ਚਾਰਟ ਦੇਖਿਆ, ਉਹਨਾਂ ਨੇ ਬੜਾ ਆਰਗੇਨਾਈਜ਼ ਕੀਤਾ ਵੀ ਇਹ ਬੰਦੇ ਦਾ ਆਹ ਕੰਮ ਆ, ਇਹ ਰਫੀਕ ਸਾਹਿਬ ਦਾ ਇਹ ਕੰਮ ਆ, ਸ਼ਬੀਰ ਸਾਹਿਬ ਦਾ ਇਹ ਕੰਮ, ਮਨੀਰ ਸਾਹਿਬ ਦਾ ਇਹ ਕੰਮ ਆ। ਸਾਡੇ ਸਾਰੇ ਕੰਮ ਜਿਹੜੇ ਪੁਲਿਸ ਵਾਲੇ ਕੰਮ ਹੈ, ਲੋਕਾਂ ਨੂੰ ਚੁੱਕਣਾ, ਅਗਵਾ ਕਰਨਾ, ਖੈਰ ਜਿਹੜੇ ਪੁਲਿਸ ਦਾ ਕੰਮ ਤੇ ਨਹੀਂ ਹੈਗਾ, ਇਹ ਕਿਸੇ ਬਦਮਾਸ਼ ਦਾ ਹੀ ਕੰਮ ਹੈ ਕਿ ਅਗਵਾ ਕਰਕੇ ਬੰਦੇ ਗਾਇਬ ਕਰਨੇ। ਤੇ ਮੁਜਰਮਾਂ ਦੇ ਕੰਮ ਨੇ ਨਾ, ਜਿਹੜੇ ਸਾਡੇ ISI ਕਰਨੀ ਸ਼ੁਰੂ ਕਰ ਦਿੱਤੀ। ਹੁਣ ISI ਦੇਖ ਲਓ, IB ਦੇਖ ਲਓ, FIA ਦੇਖ ਲਓ, ਸਾਰੇ ਜਿੰਨੇ ਅਦਾਰੇ ਨੇ ਵੱਡੇ ਵੱਡੇ ਜਿਹਨਾਂ ਦਾ ਕੰਮ ਸੀ ਇਹਨੂੰ ਕੰਟਰੋਲ ਕਰਨਾ, ਕਿਸੇ ਨੇ ਵੀ ਆਪਣਾ ਕੰਮ ਨਹੀਂ ਕੀਤਾ। ਉਹਦਾ ਨਤੀਜਾ ਇਹ ਹੋਇਆ ਕਿ ਸਾਡੇ ਕੋਲ ਜੋ ਕੁਛ ਹੋਣਾ ਸ਼ੁਰੂ ਹੋ ਗਿਆ। ਹੁਣ ਉਹਦੇ ਵਿੱਚ ਜਿਹੜਾ ਹੈ ਉਹਦੇ 'ਚ ਪੋਜੀਸ਼ਨ ਇਹ ਬਣ ਗਈ ਹੈ ਕਿ ਉਹਨੂੰ ਹੁਣ ਕਹਿੰਦੇ ਜੀ ਬਹਿ ਕੇ ਗੱਲ ਕਰੀਏ। ਯਾਰ ਬਹਿ ਕੇ ਤੁਸੀਂ ਅੱਗੇ ਵੀ ਤਾਂ ਬੇਸ਼ੁਮਾਰ ਗੱਲਾਂ ਕਰਦੇ ਰਹੇ, ਅੱਗੇ ਵੀ ਬਹਿ ਕੇ ਤੁਸੀਂ ਗੱਲਾਂ ਕਰਦੇ ਰਹੇ, ਲੇਕਿਨ ਹੁਣ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਬੜੀਆਂ ਖਤਰਨਾਕ ਹੈ। ਉਹ ਸਰ ਇਹ ਹੈ ਕਿ ਹੁਣ ਜਿਹੜੀ ਖਬਰਾਂ ਆ ਰਹੀਆਂ ਉਹਦੇ 'ਚ ਇਹ ਹੈ ਕਿ ਆਸਮ ਮੁਨੀਰ ਜਿਹੜਾ ਇਸ ਮੁਲਕ ਨੂੰ ਬਾਦਸ਼ਾਹ ਦੇ ਤੌਰ ਤੇ ਚਲਾਉਣ ਡਿਆ, ਖੁੱਲ੍ਹ ਖੁੱਲ੍ਹਾ ਬਾਦਸ਼ਾਹ ਤੌਰ ਤੇ ਚਲਾਉਣ ਡਿਆ, ਫੁੱਲ ਬਦਮਾਸ਼ੀ ਦੇ ਮਾਹੌਲ 'ਚ ਹੈਗਾ, ਫੁੱਲ ਫਲੱਜ ਕਰਕੇ ਨਾ। ਉਹਨੇ ਵਕਤ ਧੀਆਂ ਨੂੰ ਵੀ ਉਹਨੇ ਆਪਣੀਆਂ ਨੂੰ ਡਿਪਲੋਮੈਟਿਕ ਪਾਸਪੋਰਟ ਦੇ ਦਿੱਤੇ, ਨੀਲੇ ਰੰਗ ਦਾ ਪਾਸਪੋਰਟ, ਕਿ ਸਾਰੇ ਰੰਗ ਕਿਹੜਾ ਪਾਸਪੋਰਟ ਹੁੰਦਾ, ਉਸ ਪਾਸਪੋਰਟ ਤੇ ਐਂਟਰੀਆਂ ਹੁੰਦੀਆਂ, ਵੀਜ਼ੇ ਲਵਾਉਣ ਦੀ ਲੋੜ ਨਹੀਂ ਪੈਂਦੀ ਤੁਹਾਨੂੰ, ਸਿਰਫ ਸਫੀਰਾਂ ਕੋਲ ਹੁੰਦਾ। ਕਿਹੜੇ ਸਫਾਰਤਖਾਨ ਨੇ ਧੀਆਂ ਦੀਆਂ ਜਿਹੜੀਆਂ ਨੇ ਇਹਨਾਂ ਦੇ ਦਿੱਤੇ ਨੇ। ਤੁਸੀਂ ਜਦੋਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰੋਗੇ, ਇਸ ਤਰ੍ਹਾਂ ਦੀ ਕਾਨਫਰੰਸਾਂ ਦੇ ਵਿੱਚ ਤੁਸੀਂ ਜਦੋਂ ਬਿਠਾਉਣ ਦੀ ਕੋਸ਼ਿਸ਼ ਕਰੋਗੇ ਆਪਣਾ ਇਹਨਾਂ ਨੂੰ PTI ਨੂੰ, ਤੇ ਮੇਰਾ ਖਿਆਲ ਹੈ PTI ਇਹਨਾਂ ਦੇ ਇੱਥੇ ਜਾਣਾ ਬਣਦਾ ਨਹੀਂ ਹੈਗਾ, ਉਹਨਾਂ ਦਾ ਤਾਂ ਜਾਣਾ ਨਹੀਂ ਬਣਦਾ ਇੱਥੇ। ਜਦੋਂ ਕੰਮ ਹੀ ਐਵੇਂ ਦੇ ਨੇ, ਤੁਸੀਂ ਜਾਓ ਨਾ ਜਾਓ ਉਹਨਾਂ ਨੇ ਕੁੱਤਖਾਨਾ ਕਰਨਾ ਹੀ ਕਰਨਾ। ਆਸਮ ਮੁਨੀਰ ਦੇ ਜਿਹੜਾ ਟੋਲਾ, ਆਸਮ ਮੁਨੀਰ, ਜ਼ਰਦਾਰੀ ਤੇ ਸ਼ਹਿਬਾਜ਼ ਸ਼ਰੀਫ ਦੀ ਜਿਹੜੀ ਪਾਰਟੀ ਹੈ, ਇਹਨਾਂ ਲੋਕਾਂ ਨੇ ਆਪਣਾ ਹਿਸਾਬ ਦਾ ਗੰਦ ਕਰਨਾ ਹੀ ਕਰਨਾ, ਤੁਸੀਂ ਜਾਓ ਜਾਂ ਨਾ ਜਾਓ। ਹੁਣ ਹਾਲਾਤ ਇਹ ਆ ਕਿ ਜੀ ਮੈਨੂੰ ਪਤਾ ਲੱਗਾ ਰਾਤੀ ਮੇਰੇ ਸਮੇਂ ਕਿ ਸਾਡੇ ਜਿਹੜੀ ਲੀਡਰਸ਼ਿਪ ਆ ਜੀ, ਉਹ ਤੇ ਇੰਨੇ ਤੇ ਵੀ ਤਿਆਰ ਨਹੀਂ ਸੀ ਕਿ ਦਰਖਾਸਤ ਹੀ ਦੇ ਦਈਏ ਕਿ ਸਾਨੂੰ ਮੁਲਾਕਾਤ ਕਰਾਓ। ਇੱਥੋਂ ਤੱਕ ਦੇ ਹਾਲਾਤ ਇਹਨਾਂ ਦੇ, ਯਕੀਨ ਕਰੋ। ਮੇਰੇ ਜਿਹੜੇ ਆਪਣੇ ਜਿਹੜੇ ਹਿਸਾਬ ਕਿਤਾਬ ਆ ਲੋਕਾਂ ਕੋਲ ਮੈਨੂੰ ਪਤਾ ਲੱਗਿਆ, ਮਤਲਬ ਹਕੀਕਤ ਦੱਸ ਰਿਹਾ, ਸਾਡੀ ਆਪਣੀ ਲੀਡਰਸ਼ਿਪ ਜਿਹੜੀ PTI ਦੀ ਸੀ ਤੇ ਉਹ ਤੇ ਇੱਥੋਂ ਤੱਕ ਰਾਜ਼ੀ ਨਹੀਂ ਸੀ ਕਿ ਉਹ ਜੀ ਉਹਨਾਂ ਨੇ ਕਰਨਾ ਹੀ ਨਹੀਂ। ਉਹ ਤੇ ਜੀ ਉਹਨਾਂ ਨੇ ਮਿਲਣ ਨਹੀਂ ਦੇਣਾ, ਵੀ ਨਹੀਂ ਸਾਨੂੰ ਪਤਾ ਨਹੀਂ ਮਿਲਣ ਦੇਣਾ। ਤੁਸੀਂ ਗੱਲ ਤੇ ਕਰੋ, ਤੁਸੀਂ ਕੋਈ ਪ੍ਰੈਸ ਕਾਨਫਰੰਸ ਤੇ ਕਰੋ, 4 ਬੰਦੇ ਇਕੱਠੇ ਤੇ ਹੋਵੋ। ਯਾਨੀ ਇੰਨੇ ਢਿੱਲੇ ਮੱਠੇ ਪਏ ਸਾਡੇ ਬੰਦੇ ਜਿਹੜੇ ਕੋਲ ਦਿਖਾਣੇ, ਲੇਕਿਨ ਸਾਡੀ ਸੋਸ਼ਲ ਮੀਡੀਆ ਨੂੰ ਮਜਬੂਰ ਕਰ ਦਿੱਤਾ ਜਵਾਨਾਂ ਨੇ।
ਸੋ ਜਵਾਨ ਤਗੜੇ ਹੋ ਗਏ ਸਰ। ਇਹਨਾਂ ਜਵਾਨਾਂ ਨੇ ਮੁਲਕ ਸਰ ਅੱਗੇ ਲੈ ਕੇ ਚੱਲਣਾ। ਇਹ ਜਵਾਨ ਨੇ ਜਿਨ੍ਹਾਂ ਦੇ ਨਾਲ ਤੁਸੀਂ ਖਲੋਣਾ, ਮੇਰੇ ਵਰਗਿਆਂ ਨੇ ਜਿਨ੍ਹਾਂ ਦੇ 2-2 4-4 ਸਾਲ ਰਹਿ ਗਏ ਨੇ ਇਸ ਦੁਨੀਆ ਦੇ ਉੱਤੇ, ਉਹਨਾਂ ਨੇ ਇਹ ਸਾਰੇ ਉਮਰਯੂਬ ਹੋ ਗਿਆ, ਜਿੰਨੇ ਵੀ ਬੰਦੇ ਨੇ, ਮੈਂ ਹੁਣ ਕਿਸੇ ਉਮਰਯੂਬ ਦਾ ਨਾਂ ਲੈ ਲਿਆ, ਮਾਦਾ ਭਾਜੀ, ਮੇਰਾ ਮਤਲਬ ਸਾਰੇ ਹੀ ਜਿਹੜੇ ਬਜ਼ੁਰਗ ਜਿਹੜੇ 60 ਦੇ ਕਰੀਬ ਨੇ ਜਾਂ 60 ਟੱਪ ਗਏ ਨਾ, ਉਹ ਸਮਝਦੇ ਸਾਡੇ 2-4 ਸਾਲ ਹੀ, ਜਿੰਨਾ ਵੀ ਉਸ ਤੋਂ ਬਾਅਦ ਹੁਣ ਜਿੰਨਾ ਸਾਰਾ ਬੋਨਸ ਹੈ। ਤੇ ਇਹ ਕੰਮ ਜਿਹੜਾ ਨਾ, ਇਹੀ ਸੋਸ਼ਲ ਮੀਡੀਆ ਜਿਹੜੇ ਬੱਚੇ ਫੜੇ ਗਏ 2, ਉਹਨਾਂ ਦੇ ਛੋਟੇ ਬੱਚੇ ਆ, ਉਹਨਾਂ ਦੀ ਅੱਗੇ ਜ਼ਿੰਦਗੀਆਂ, ਇੱਕ ਦੇ ਬੱਚੇ ਦੇ ਦਿਲ 'ਚ ਮੋਰੀ ਆ, ਇੱਕ ਨੂੰ ਕੈਂਸਰ ਆ। ਇਹ ਸਾਰੇ ਜਿਹੜੇ ਬੱਚੇ ਮਤਲਬ ਉਸਮਾਨ ਮਹਿਮੂਦ ਜਿਹੜਾ ਫੜਿਆ, ਉਹਦਾ 6 ਮਹੀਨੇ ਦਾ ਬੱਚਾ, ਉਹਦੇ ਦਿਲ 'ਚ ਮੋਰੀ। ਉਹ ਫਰਹਾਨ ਚਿਸ਼ਤੀ ਜਿਹੜਾ ਫੜਿਆ, ਉਹਦਾ 12 ਸਾਲ ਦਾ ਬੱਚਾ, ਉਹਨੂੰ ਕੈਂਸਰ। ਇਹਨਾਂ ਨੇ ਇਹ ਪਾਕਿਸਤਾਨ ਹੈ, ਇਹਨਾਂ ਨੇ ਚੱਲਣਾ ਅੱਗੇ, ਇਹਨਾਂ ਨੇ ਅੱਗੇ ਪਾਕਿਸਤਾਨ ਬਣਾਉਣਾ। ਸੋ ਗੱਲ ਲੰਮੀ ਹੁੰਦੀ ਹੈ, ਲੇਕਿਨ ਗੱਲ ਇਹ ਹੈ ਵੀ ਸਾਰੇ ਜਵਾਨਾਂ ਦੇ ਹੱਥ 'ਚ ਇਹ ਮੁਲਕ ਆ, ਨੰਬਰ 1। ਨੰਬਰ 2 ਇਹ ਕਿ ਹੁਣ ਭਾਜੀ ਇਮਰਾਨ ਖਾਨ ਤੋਂ ਬਗੈਰ ਗੱਲ ਕੋਈ ਨਹੀਂ ਹੈਗੀ। ਇਮਰਾਨ ਖਾਨ ਨਾਲ ਮੁਲਾਕਾਤਾਂ ਬੰਦ ਕਰਕੇ ਜਾਂ ਸ਼ੈਵਾਂ ਕਰਕੇ ਜਾਂ ਉਹਨੂੰ ਮਾਈਨਸ ਕਰਕੇ ਕੱਢ ਕੇ ਖੱਬੇ ਸੱਜੇ ਕਰਕੇ, ਨਾ ਤੁਹਾਡਾ ਕੁਝ ਬਣਨਾ ਤੇ ਨਾ ਕੁਝ ਬਣਿਆ। ਹੁਣ ਇੰਨੀਆਂ ਜਿਹੀਆਂ ਸਟੋਰੀਆਂ ਤੁਸੀਂ ਜਨਾਉਂਦੇ, ਤੁਸੀਂ ਇੱਕ ਮੀਟਿੰਗਾਂ ਜਿੰਨੀਆਂ ਮਰਜ਼ੀ ਮੀਟਿੰਗਾਂ ਕਰ ਲਓ, ਜਦੋਂ ਤੱਕ ਸਿਵਲ ਹੁਕੂਮਤ ਨਹੀਂ ਹੋਏਗੀ, ਜਦੋਂ ਤੱਕ ਸਿਵਲ ਸੁਪਰੀਮੇਸੀ ਨਹੀਂ ਹੋਏਗੀ, ਜਦੋਂ ਤੱਕ ਕਾਨੂੰਨ ਦਾ ਅਮਲਦਾਰੀ ਨਹੀਂ ਹੋਏਗੀ, ਜੋ ਮਰਜ਼ੀ ਪੇ ਕਰ ਲਓ, ਪਾਕਿਸਤਾਨ ਅੱਗੇ ਨਹੀਂ ਜੇ ਵਧਣਾ, ਕਨਫਰਮ। ਆਪਣਾ ਖਿਆਲ ਰੱਖਿਆ ਜੀ, ਰੱਬ ਰੱਖਾ।